ਨਵਾਂ ਸਾਲ 2024 ਸ਼ੁਰੂ ਹੋ ਗਿਆ ਹੈ। ਅੱਜ ਸਾਨੂੰ ਮਸੀਹ ਆਨ ਸਾਂਗ ਹੋਂਗ ਜੀ ਦੇ ਪਵਿੱਤਰ ਜਨਮ ਦੀ 106ਵੀਂ ਵਰ੍ਹੇਗੰਢ ਦੀ ਯਾਦ ਮਨਾਉਣ ਲਈ ਆਰਾਧਨਾ ਕਰਨ ਦੀ ਇਜਾਜ਼ਤ ਦੇਣ ਲਈ ਮੈਂ ਸਵਰਗੀ ਪਿਤਾ ਆਨ ਸਾਂਗ ਹੋਂਗ ਜੀ ਅਤੇ ਨਵੀਂ ਯਰੂਸ਼ਲਮ ਮਾਤਾ ਨੂੰ ਧੰਨਵਾਦ ਦਿੰਦਾ ਹਾਂ। ਜੇ ਸਵਰਗੀ ਪਿਤਾ ਇਸ ਧਰਤੀ ਤੇ ਨਾ ਆਉਂਦੇ ਤਾਂ ਕੀ ਅਸੀਂ ਮੁਕਤੀ ਦੀ ਉਮੀਦ ਕਰ ਸਕਦੇ ਸੀ? ਜਦੋਂ ਵੀ ਅਸੀਂ ਇਸ ਬਾਰੇ ਸੋਚਦੇ ਹਾਂ, ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਉਹਨਾਂ ਦਾ ਇਸ ਧਰਤੀ ਉੱਤੇ ਆਉਣਾ ਕਿੰਨਾ ਅਦਭੁਤ ਹੈ। ਇਸ ਲਈ ਅਸੀਂ ਸੱਚਮੁੱਚ ਧੰਨਵਾਦੀ ਹਾਂ। ਅੱਜ ਉਹ ਸ਼ਾਨਦਾਰ ਦਿਨ ਹੈ ਜਦੋਂ ਸਾਰੇ ਸਵਰਗਦੂਤਾਂ ਨੇ ਆਨੰਦ ਕੀਤਾ। ਸਾਰੇ ਲੋਕਾਂ ਨੂੰ ਧਰਤੀ ਉੱਤੇ ਪਰਮੇਸ਼ਵਰ ਦੇ ਆਉਣ ਦਾ ਸਵਾਗਤ ਕਰਨਾ ਚਾਹੀਦਾ ਹੈ। ਹਾਲਾਂਕਿ ਇਹ ਲਿਖਿਆ ਹੈ, ਉਹ ਸੰਸਾਰ ਵਿੱਚ ਸੀ, ਪਰ ਸੰਸਾਰ ਨੇ ਉਸ ਨੂੰ ਨਾ ਪਛਾਣਿਆ ਅਤੇ ਨਾ ਹੀ ਉਸ ਨੂੰ ਸਵੀਕਾਰ ਕੀਤਾ। ਆਪਣੀਆਂ ਸੰਤਾਨਾਂ ਨੂੰ ਬਚਾਉਣ ਲਈ ਪਿਤਾ ਨੇ ਨਵੇਂ ਨੇਮ ਦੀ ਸਥਾਪਨਾ ਕੀਤੀ ਅਤੇ ਵਿਵਸਥਾਵਾਂ ਨੂੰ ਬਹਾਲ ਕੀਤਾ। ਉਹਨਾਂ ਨੇ 37 ਸਾਲਾਂ ਤੱਕ ਦਾਊਦ ਦੇ ਰਾਜ ਦੀ ਭਵਿੱਖਬਾਣੀ ਪੂਰੀ ਕੀਤੀ। ਜੇਕਰ ਪਿਤਾ ਜੀ ਨਾ ਆਏ ਹੁੰਦੇ ਤਾਂ ਅਸੀਂ ਨਵੇਂ ਨੇਮ ਦੇ ਪਸਾਹ ਬਾਰੇ ਕਦੇ ਨਹੀਂ ਜਾਣ ਸਕਦੇ ਸੀ। ਅਸੀਂ ਪਾਪਾਂ ਦੀ ਮਾਫੀ, ਸਦੀਪਕ ਜੀਵਨ ਜਾਂ ਸਵਰਗ ਦੇ ਰਾਜ ਦੀ ਉਮੀਦ ਨਹੀਂ ਕਰ ਸਕਦੇ ਸੀ। ਅਸੀਂ ਅਜਿਹਾ ਅਰਥਹੀਣ ਜੀਵਨ ਜੀ ਰਹੇ ਸੀ। ਹਾਲਾਂਕਿ ਮਸੀਹ ਆਨ ਸਾਂਗ ਹੋਂਗ ਜੀ ਭਵਿੱਖਬਾਣੀ ਦੇ ਮੁੱਖ ਨਾਇਕ ਦੇ ਰੂਪ ਵਿੱਚ ਇਸ ਧਰਤੀ ਤੇ ਆਏ। ਉਹਨਾਂ ਨੇ ਜੀਵਨ ਦੀ ਰੋਸ਼ਨੀ ਨੂੰ ਚਮਕਾਇਆ ਅਤੇ ਜੀਵਨ ਦੇ ਫੁੱਲਾਂ ਨੂੰ ਖਿੜਨ ਦਿੱਤਾ। ਅੱਜ ਦਾ ਦਿਨ ਸੱਚਮੁੱਚ ਸੀਯੋਨ ਦੀਆਂ ਸੰਤਾਨਾਂ ਲਈ ਖੁਸ਼ ਹੋਣ ਦਾ ਦਿਨ ਹੈ। ਜਦੋਂ ਅਸੀਂ ਮਸੀਹ ਆਨ ਸਾਂਗ ਹੋਂਗ ਜੀ ਬਾਰੇ ਭਵਿੱਖਬਾਣੀਆਂ ਨੂੰ ਵੇਖਦੇ ਹਾਂ, ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਇਸ ਧਰਤੀ ਉੱਤੇ ਆਏ, ਤਾਂ ਇਹ ਲਿਖਿਆ ਹੈ, ਉਹ ਉਹਨਾਂ ਲੋਕਾਂ ਦੀ ਮੁਕਤੀ ਲਈ ਦੂਜੀ ਵਾਰ ਪ੍ਰਗਟ ਹੋਣਗੇ ਜੋ ਉਹਨਾਂ ਦੀ ਉਡੀਕ ਕਰ ਰਹੇ ਹਨ। ਇਹ ਇਬਰਾਨੀਆਂ ਅਧਿਆਇ 9 ਵਿੱਚ ਦਰਜ ਹੈ। ਫਿਰ ਉਹਨਾਂ ਦੇ ਪਹਿਲੀ ਵਾਰ ਆਉਣ ਤੇ ਇਹ ਕਿਹੋ ਜਿਹਾ ਸੀ? ਉਸ ਸਮੇਂ ਪੂਰਬ ਦੇ ਬੁੱਧੀਮਾਨਾਂ ਨੇ ਇਸ ਧਰਤੀ ਉੱਤੇ ਮਸੀਹ ਦੇ ਆਉਣ ਲਈ ਕੀਮਤੀ ਤੋਹਫਿਆਂ ਨੂੰ ਪੇਸ਼ ਕਰਦੇ ਹੋਏ ਆਪਣਾ ਧੰਨਵਾਦ ਪ੍ਰਗਟ ਕੀਤਾ, ਹੈ ਨਾ? ਇਸ ਤੋਂ ਇਲਾਵਾ ਸਵਰਗਦੂਤਾਂ ਨੇ ਚਰਵਾਹਿਆਂ ਨੂੰ ਯਿਸੂ ਮਸੀਹ ਦੇ ਜਨਮ ਬਾਰੇ ਦੱਸਿਆ ਅਤੇ ਉਹਨਾਂ ਨੇ ਵੀ ਆ ਕੇ ਪ੍ਰਣਾਮ ਕੀਤਾ। ਅਸੀਂ ਹੁਣ ਉਹਨਾਂ ਦੇ ਦੂਸਰੀ ਵਾਰ ਆਉਣ ਦੇ ਸਮੇਂ ਵਿੱਚ ਜੀ ਰਹੇ ਹਾਂ, ਜਦੋਂ ਖੁਸ਼ਖਬਰੀ ਪੂਰੀ ਹੋਵੇਗੀ। ਮੈਂ ਉਮੀਦ ਕਰਦਾ ਹਾਂ ਕਿ 2024 ਵਿੱਚ ਅਸੀਂ ਪਿਤਾ ਅਤੇ ਮਾਤਾ ਜੀ ਦੀਆਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆ ਕੇ ਉਹਨਾਂ ਦੇ ਰਾਹ ਤੇ ਚੱਲਾਂਗੇ। ਆਓ ਅਸੀਂ ਮੱਤੀ ਅਧਿਆਇ 2 ਵਚਨ 9 ਉੱਤੇ ਜਾਈਏ। ਆਓ ਅਸੀਂ ਅਧਿਆਇ 2 ਵਚਨ 9 ਉੱਤੇ ਇੱਕ ਨਜ਼ਰ ਪਾਈਏ। ਉਹ ਰਾਜੇ ਦੀ ਸੁਣ ਕੇ ਤੁਰ ਪਏ ਅਤੇ ਵੇਖੋ, ਉਹ ਤਾਰਾ ਜਿਹੜਾ ਉਹਨਾਂ ਨੇ ਚੜ੍ਹਦੇ ਪਾਸੇ ਡਿੱਠਾ ਸੀ, ਉਹਨਾਂ ਦੇ ਅੱਗੇ ਅੱਗੇ ਚੱਲਿਆ, ਇੱਥੋਂ ਤੀਕ ਜੋ ਉਸ ਥਾਂ ਦੇ ਉੱਤੇ ਜਾ ਟਿਕਿਆ ਜਿੱਥੇ ਉਹ ਬਾਲਕ ਸੀ। ਅਤੇ ਤਾਰੇ ਨੂੰ ਵੇਖ ਕੇ ਉਹ ਵੱਡੇ ਹੀ ਆਨੰਦ ਹੋਏ। ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਅਮ ਦੇ ਨਾਲ ਡਿੱਠਾ। ਉਹਨਾਂ ਨੇ ਕੀ ਕੀਤਾ? ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ ਅਤੇ ਲੁਬਾਨ ਅਤੇ ਗੰਧਰਸ ਦੀ ਭੇਟ ਕੀਤੀ। ਪਰਮੇਸ਼ਵਰ ਦਾ ਆਉਣਾ ਸੱਚ-ਮੁੱਚ ਕਿੰਨਾ ਸ਼ੁਕਰਗੁਜ਼ਾਰ ਰਿਹਾ ਹੋਵੇਗਾ ਕਿ ਪੂਰਬ ਦੇ 3 ਬੁੱਧੀਮਾਨ ਆਦਮੀਆਂ ਨੇ ਯਿਸੂ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਨੂੰ ਕੀਮਤੀ ਤੋਹਫੇ ਦਿੱਤੇ। ਅਸੀਂ ਇਸ ਨੂੰ ਮੱਤੀ ਅਧਿਆਇ 2 ਵਿੱਚ ਲੱਭ ਸਕਦੇ ਹਾਂ। ਆਓ ਅਸੀਂ ਲੂਕਾ ਅਧਿਆਇ 2 ਵਚਨ 4 ਤੇ ਇੱਕ ਨਜ਼ਰ ਪਾਈਏ। ਅਤੇ ਯੂਸੁਫ ਵੀ ਇਸ ਲਈ, ਜੋ ਦਾਊਦ ਦੇ ਘਰਾਣੇ ਅਤੇ ਔਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦੀਆ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ। ਭਈ ਆਪਣੀ ਮੰਗ ਮਰੀਅਮ ਸਣੇ ਜੋ ਗਰਭਵੰਤੀ ਸੀ, ਆਪਣਾ ਨਾਮ ਲਿਖਾਵੇ।
ਅਤੇ ਉਹ ਆਪਣਾ ਜੇਠਾ ਪੁੱਤਰ ਜਣੀਆਰੋ ਨੂੰ ਕੱਪੜੇ ਵਿੱਚ ਵਲਿਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਹਨਾਂ ਨੂੰ ਸਰਾਂ ਵਿੱਚ ਥਾਂ ਨਾ ਮਿਲਿਆ। 그 지경의 목자들이 밖에서 밤에 자기 양떼를 지키더니 ਉਸ ਦੇਸ਼ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ। ਪ੍ਰਭ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਖਲੋਤਾ ਅਤੇ ਪ੍ਰਭ ਦਾ ਤੇਜ ਉਹਨਾਂ ਦੇ ਚੁਫੇਰੇ ਚਮਕਿਆ ਅਤੇ ਉਹ ਬਹੁਤ ਹੀ ਡਰ ਗਏ। ਤਦ ਦੂਤ ਨੇ ਉਹਨਾਂ ਨੂੰ ਆਖਿਆ, ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੋਵੇਗਾ। ਬਹੁਤ ਆਨੰਦ ਦੀ ਖੁਸ਼ਖਬਰੀ ਕਿਹੜੀ ਹੋਵੇਗੀ? ਆਓ ਅਸੀਂ ਪੜ੍ਹਨਾ ਜਾਰੀ ਰੱਖੀਏ। ਵਚਨ 11। ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭ ਹੈ। ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ। ਤਾਂ ਇੱਕਦਮ ਸੁਰਗ ਦੀ ਫੌਜ ਦਾ ਇੱਕ ਜੱਥਾ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ, ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ ਅਤੇ ਧਰਤੀ ਉੱਤੇ ਸ਼ਾਂਤੀ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ। ਸਵਰਗਦੂਤ ਨੇ ਕਿਹਾ, ਮੈਂ ਤੁਹਾਨੂੰ ਵੱਡੇ ਆਨੰਦ ਦੀ ਖੁਸ਼ਖਬਰੀ ਸੁਣਾਉਂਦਾ ਹਾਂ ਜੋ ਸਾਰੇ ਲੋਕਾਂ ਲਈ ਹੋਵੇਗੀ ਅਤੇ ਇਹ ਖਬਰ ਇਹ ਸੀ ਕਿ ਯਿਸੂ ਮਸੀਹ ਦਾ ਜਨਮ ਇਸ ਧਰਤੀ ਤੇ ਹੋਇਆ ਹੈ। ਅੱਜ ਦਾ ਦਿਨ ਸਾਡੇ ਲਈ ਅਵਿਸ਼ਵਾਸੀ ਤੌਰ ਤੇ ਖੁਸ਼ੀ ਦਾ ਦਿਨ ਹੈ ਅਤੇ ਸਾਨੂੰ ਇਸ ਖੁਸ਼ੀ ਨੂੰ ਸਾਰੇ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਕੀ ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕਿ ਉਹ ਆਪਣੀਆਂ ਸੰਤਾਨਾਂ ਨੂੰ ਬਚਾਉਣ ਲਈ ਦੂਜੀ ਵਾਰ ਆਉਣਗੇ? ਜੇ ਯਿਸੂ 2000 ਸਾਲ ਪਹਿਲਾਂ ਨਹੀਂ ਆਏ ਹੁੰਦੇ ਤਾਂ ਕੀ ਨਵਾਂ ਨੇਮ ਸਥਾਪਿਤ ਹੁੰਦਾ? ਕਿਉਂਕਿ ਪਰਮੇਸ਼ਵਰ ਆਏ, ਇਸ ਲਈ ਉਹ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਸਥਾਪਿਤ ਹੋ ਸਕਿਆ। ਭਾਵੇਂ ਦੁਨੀਆ ਇਸ ਨੂੰ ਜਾਣਦੀ ਹੋਵੇ ਜਾਂ ਨਾ, ਪਰ ਉਹਨਾਂ ਨੇ ਭਵਿੱਖਬਾਣੀ ਨੂੰ ਪੂਰਾ ਕੀਤਾ। ਇਸ ਕਾਰਨ ਕਰਕੇ ਸਾਨੂੰ ਲੋਕਾਂ ਨਾਲ ਖੁਸ਼ਖਬਰੀ ਸਾਂਝੀ ਕਰਨੀ ਚਾਹੀਦੀ ਹੈ ਕਿ ਪਰਮੇਸ਼ਵਰ ਸਰੀਰ ਵਿੱਚ ਆਏ ਅਤੇ ਪਰਮੇਸ਼ਵਰ ਬਾਰੇ ਸ਼ੇਖੀ ਮਾਰਨੀ ਚਾਹੀਦੀ ਹੈ ਜੋ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਆਏ। ਇਹ ਖਬਰ ਮਨੁੱਖ ਜਾਤੀ ਲਈ ਸਭ ਤੋਂ ਵੱਡੀ ਖੁਸ਼ੀ ਦਾ ਕਾਰਨ ਬਣੇਗੀ। ਪਰਮੇਸ਼ਵਰ ਆਏ ਹਨ। ਪਰਮੇਸ਼ਵਰ ਸਾਨੂੰ ਇਸ ਖੁਸ਼ੀ ਭਰੀ ਖਬਰ ਨਾਲ ਕੀ ਕਰਨ ਲਈ ਕਹਿੰਦੇ ਹਨ? ਉਹ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕ ਇਸ ਦਾ ਪ੍ਰਚਾਰ ਕਰਨ ਲਈ ਕਹਿੰਦੇ ਹਨ। ਉਹੀ ਪਰਮੇਸ਼ਵਰ ਜੋ ਪੁੱਤਰ ਦੇ ਯੁੱਗ ਵਿੱਚ ਆਏ ਸੀ, ਪਵਿੱਤਰ ਆਤਮਾ ਦੇ ਯੁੱਗ ਵਿੱਚ ਆਏ ਹਨ। ਸਾਨੂੰ ਹੁਣ ਹੋਰ ਅਜਿਹੇ ਸਮੇਂ ਵਿੱਚ ਨਹੀਂ ਰਹਿਣਾ ਚਾਹੀਦਾ ਜਿੱਥੇ ਲੋਕ ਕਹਿਣ ਨੂੰ ਉਹਨਾਂ ਦੇ ਆਪਣਿਆਂ ਕੋਲ ਆਏ, ਜੋ ਉਹਨਾਂ ਦੇ ਆਪਣਿਆਂ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ। ਪਰ ਇਸ ਨੂੰ ਇੱਕ ਅਜਿਹੇ ਸਮੇਂ ਵਿੱਚ ਬਦਲਣਾ ਚਾਹੀਦਾ ਹੈ ਜਿੱਥੇ ਲੋਕ ਕਹਿਣ ਸਾਰੇ ਲੋਕਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ। ਅਜਿਹਾ ਕਰਨ ਲਈ ਸਾਨੂੰ ਉਹਨਾਂ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਜੋ ਇਹ ਨਹੀਂ ਜਾਣਦੇ। ਜੇ ਪਰਮੇਸ਼ਵਰ ਇਸ ਧਰਤੀ ਤੇ ਨਾ ਆਉਂਦੇ ਤਾਂ ਕੀ ਅਸੀਂ ਬਚ ਸਕਦੇ ਸੀ? ਨਹੀਂ, ਅਸੀਂ ਬਚਾਏ ਨਹੀਂ ਜਾ ਸਕਦੇ। ਅਸੀਂ ਇਸ ਬਾਰੇ ਕਿਵੇਂ ਯਕੀਨ ਕਰ ਸਕਦੇ ਹਾਂ? ਅਜਿਹਾ ਇਸ ਲਈ ਹੈ ਕਿਉਂਕਿ ਇਬਰਾਨੀਆਂ ਅਧਿਆਇ 9 ਵਚਨ 28 ਕਹਿੰਦਾ ਹੈ ਕਿ ਉਹ ਮੁਕਤੀ ਦੇਣ ਲਈ ਆਏ। ਇਸ ਲਈ ਜੇ ਉਹ ਨਾ ਆਏ ਹੁੰਦੇ ਤਾਂ ਕੀ ਹੁੰਦਾ? ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਚਾਏ ਨਹੀਂ ਜਾ ਸਕਦੇ ਸੀ? ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਨਹੀਂ ਜਾਣ ਪਾਉਂਦੇ ਅਤੇ ਭਾਵੇਂ ਉਹਨਾਂ ਦੇ ਹੁਕਮ ਬਾਈਬਲ ਵਿੱਚ ਹਨ, ਪਰ ਕੋਈ ਵੀ ਉਹਨਾਂ ਨੂੰ ਨਹੀਂ ਸਮਝ ਪਾਉਂਦਾ। ਜੇ ਉਹਨਾਂ ਨੇ ਇਸ ਨੂੰ ਸਾਡੇ ਉੱਤੇ ਪ੍ਰਗਟ ਨਾ ਕੀਤਾ ਹੁੰਦਾ ਤਾਂ ਕੀ ਅਸੀਂ ਕੁਝ ਵੀ ਜਾਣ ਸਕਦੇ ਸੀ? ਪਿਤਾ ਜੀ ਦੇ ਆਉਣ ਤੋਂ ਪਹਿਲਾਂ ਕੀ ਤੁਸੀਂ ਨਵੇਂ ਨੇਮ ਦੀ ਮਹੱਤਤਾ ਜਾਣਦੇ ਸੀ? ਪਹਿਲਾਂ ਕੀ ਤੁਸੀਂ ਸਬਤ ਦੇ ਦਿਨ ਦੀ ਕੀਮਤ ਜਾਣਦੇ ਸੀ? ਕੀ ਤੁਸੀਂ ਜਾਣਦੇ ਸੀ ਕਿ ਕ੍ਰਿਸਮਸ ਸੂਰਜ ਦੇਵਤਾ ਦੀ ਵਿਧੀ ਹੈ? ਸਾਡੇ ਲਈ ਹੈਰਾਨੀ ਦੀ ਗੱਲ ਸੀ ਕਿ ਕ੍ਰਿਸਮਸ ਪਰਮੇਸ਼ਵਰ ਦਾ ਹੁਕਮ ਨਹੀਂ ਹੈ। ਅਸੀਂ ਕਈ ਵਾਰ ਇਸ ਤਰ੍ਹਾਂ ਦੇ ਝੂਠ ਦਾ ਅਭਿਆਸ ਕੀਤਾ ਸੀ, ਪਰ ਹੁਣ ਅਸੀਂ ਸੱਚਾਈ ਨੂੰ ਜਾਣਦੇ ਹਾਂ। ਕੀ ਇਹ ਇਸ ਲਈ ਨਹੀਂ ਕਿਉਂਕਿ ਸਵਰਗੀ ਪਿਤਾ ਆਏ ਹਨ? ਯਸਾਇਆ ਅਧਿਆਇ 41 ਵਚਨ 10 ਵਿੱਚ ਪਰਮੇਸ਼ਵਰ ਕਹਿੰਦੇ ਹਨ, ਨਾ ਡਰ, ਮੈਂ ਤੇਰੀ ਮਦਦ ਕਰਾਂਗਾ। ਉਹ ਮੱਤੀ ਅਧਿਆਇ 28 ਵਿੱਚ ਇਹੀ ਗੱਲ ਕਹਿੰਦੇ ਹਨ, ਮੈਂ ਯੁੱਗ ਦੇ ਅੰਤ ਤੀਕ ਸਦਾ ਤੁਹਾਡੇ ਨਾਲ ਹਾਂ।
ਜਾਓ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਲਈ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਜੇ ਪਰਮੇਸ਼ਵਰ ਨਹੀਂ ਆਉਂਦੇ ਅਤੇ ਸਾਨੂੰ ਆਪਣੀਆਂ ਸਿੱਖਿਆਵਾਂ ਨਹੀਂ ਦਿੰਦੇ ਤਾਂ ਕੀ ਅਸੀਂ ਜੀਵਨ ਦੀ ਸੱਚਾਈ ਨੂੰ ਲੱਭ ਪਾਉਂਦੇ? 하나님의 생명의 진리 발견할 수 있었겠습니까? ਸਾਡੇ ਲਈ ਆਪਣੇ ਆਪ ਇਹ ਕਰਨਾ ਅਸੰਭਵ ਹੈ। 할 수 없습니다. ਇਸ ਲਈ ਰਸੂਲ ਯੂਹੰਨਾ ਨੇ ਪ੍ਰਕਾਸ਼ ਦੀ ਪੋਥੀ ਅਧਿਆਇ 5 ਵਿੱਚ ਲਿਖਿਆ ਕਿ ਧਰਤੀ ਉੱਤੇ ਕੋਈ ਵੀ ਪਰਮੇਸ਼ਵਰ ਦੀ ਸੱਚਾਈ ਨੂੰ ਸਹੀ ਢੰਗ ਨਾਲ ਨਹੀਂ ਸਿਖਾ ਸਕਦਾ। 바르게 이렇게 전달해 줄 사람이 없더라고 했습니다. ਇਸ ਲਈ ਉਹ ਰੋਇਆ ਅਤੇ ਰੋਇਆ। 그러니까 펑펑 울었는데 장로 중에 한 사람이 울지 ਉਹਨਾਂ 마시오. ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ, ਦਾਊਦ ਦੀ ਜੜ ਯਿਸੂ ਮਸੀਹ ਆ ਕੇ ਉਸ ਪੋਥੀ ਅਤੇ ਉਸ ਦੀਆਂ 7 ਮੋਹਰਾਂ ਨੂੰ ਖੋਲੇਗਾ, ਇਸ ਲਈ ਚਿੰਤਾ ਨਾ ਕਰ। ਇਸ ਉੱਤੇ ਵਿਚਾਰ ਕਰੀਏ ਤਾਂ ਸਾਡੇ ਲਈ ਸਾਡੇ ਪਿਤਾ ਦਾ ਆਉਣਾ ਕਿੰਨਾ ਮਹੱਤਵਪੂਰਨ ਹੈ। 얼마나 우리에게 중차대한 일입니까? ਜੇ ਉਹ ਨਾ ਆਏ ਹੁੰਦੇ ਤਾਂ ਕੀ ਨਵੇਂ ਨੇਮ ਨੂੰ ਬਹਾਲ ਕਰਨਾ ਸੰਭਵ ਹੁੰਦਾ? 회복할 수 있었나요? ਕੀ ਪਸਾਹ ਜਾਂ ਸਬਤ ਦਾ ਦਿਨ ਬਹਾਲ ਕੀਤਾ ਗਿਆ ਹੁੰਦਾ? 안식일 회복되겠습니까? ਕੀ ਪਰਬਾਂ ਨੂੰ ਬਹਾਲ ਕੀਤਾ ਗਿਆ ਹੁੰਦਾ? ਜੇ ਪਰਬ ਨਾ ਹੋਣ ਤਾਂ ਕੀ ਸੀਯੋਨ ਦੀ ਸਥਾਪਨਾ ਕੀਤੀ ਜਾ ਸਕਦੀ ਹੈ? 건설될 수 있나요? ਸੀਯੋਨ ਦੀ ਸਥਾਪਨਾ ਨਹੀਂ ਹੋ ਸਕਦੀ। ਭਵਿੱਖਬਾਣੀ ਕਹਿੰਦੀ ਹੈ, ਸੀਯੋਨ ਨੂੰ ਭੱਜੋ, ਪਰ ਸੀਯੋਨ ਕਿੱਥੇ ਹੈ? 시온으로 가야 되겠습니까? ਕੀ ਇਸੇ ਕਾਰਨ ਨਬੀ ਨੇ ਨਹੀਂ ਕਿਹਾ, ਲੋਕ ਪਰਮੇਸ਼ਵਰ ਦੇ ਵਚਨ ਦੀ ਖੋਜ ਵਿੱਚ ਸਮੁੰਦਰ ਤੋਂ ਸਮੁੰਦਰ ਤੱਕ ਭਟਕਣਗੇ? 하더라 하는 선지자의 예언이 있었던 것이 아니겠습니까? ਜੇ ਅਸੀਂ ਦੂਸਰੀ ਵਾਰ ਆਉਣ ਵਾਲੇ ਮਸੀਹ ਨਾਲ ਨਾ ਮਿਲੇ ਹੁੰਦੇ ਤਾਂ ਸੱਚਾਈ ਦੀ ਭਾਲ ਕਰਦੇ ਹੋਏ ਅਸੀਂ ਥੱਕ ਜਾਂਦੇ। 진리를 찾아다녀도 피곤만 할 뿐입니다. ਅਜਿਹਾ ਕਿਉਂ ਹੈ? ਇਹ ਇਸ ਲਈ ਹੈ ਕਿਉਂਕਿ ਕੋਈ ਹੋਰ ਜਗ੍ਹਾ ਨਹੀਂ ਹੈ ਜਿੱਥੇ ਅਸੀਂ ਸੱਚਾਈ ਸੁਣ ਸਕਦੇ ਹਾਂ। ਸਿਰਫ ਦਾਊਦ ਦੀ ਜੜ ਹੀ ਕਿਤਾਬ ਨੂੰ ਖੋਲ ਸਕਦਾ ਹੈ। ਇਸ ਲਈ ਅੱਜ ਅਸੀਂ ਇੱਥੇ ਹੋਣ ਲਈ ਕਿੰਨੇ ਭਾਗਸ਼ਾਲੀ ਹਾਂ। 얼마나 큰 행운입니까? ਜਿਵੇਂ ਮਿਕਾ ਅਧਿਆਇ 4 ਵਿੱਚ ਦਰਜ ਹੈ, ਉਹ ਸਾਨੂੰ ਆਪਣੇ ਮਾਰਗ ਸਿਖਾਏਗਾ, ਉਸੇ ਤਰ੍ਹਾਂ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਪ੍ਰਾਪਤ ਕੀਤਾ ਹੈ। ਅਸੀਂ ਸੀਯੋਨ ਵਿੱਚ ਆਏ ਹਾਂ ਅਤੇ ਸਾਨੂੰ ਨਵਾਂ ਨੇਮ ਸਿਖਾਇਆ ਗਿਆ ਹੈ। ਇਸ ਤੋਂ ਇਲਾਵਾ ਅਸੀਂ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਵੀ ਲਿਆ ਹੈ। ਇਸ ਤੋਂ ਇਲਾਵਾ ਸਾਨੂੰ ਜੀਵਨ ਦੀ ਅਸਲੀਅਤ ਸਵਰਗੀ ਮਾਤਾ ਬਾਰੇ ਕਿਸ ਨੇ ਗਵਾਹੀ ਦਿੱਤੀ? ਸਵਰਗੀ ਪਿਤਾ ਦੂਜੀ ਵਾਰ ਆਏ ਅਤੇ ਘੋਸ਼ਣਾ ਕੀਤੀ, ਇੱਕ ਹੈ ਜੋ ਮੇਰੇ ਬਾਅਦ ਆਉਣ ਵਾਲੀ ਹੈ। ਭਾਵੇਂ ਪਿਤਾ ਮਸੀਹਾ ਹੈ, ਪਰ ਉਹਨਾਂ ਨੇ ਏਲੀਯਾਹ ਦੇ ਮਿਸ਼ਨ ਨੂੰ ਪੂਰਾ ਕੀਤਾ ਅਤੇ ਸਾਡੇ ਉੱਤੇ ਇੱਕ ਹੋਰ ਮੁਕਤੀਦਾਤਾ ਨੂੰ ਪ੍ਰਗਟ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ, ਅਲੀਸ਼ਾ ਨੇ ਕਿਸ ਦਾ ਪਾਲਣ ਕੀਤਾ? ਏਲੀਯਾਹ ਦਾ ਪਾਲਣ ਕੀਤਾ। ਯਹੋਸ਼ੂਆ ਨੇ ਮੂਸਾ ਦਾ ਪਾਲਣ ਕੀਤਾ। ਪਤਰਸ ਨੇ ਯਿਸੂ ਦਾ ਪਾਲਣ ਕੀਤਾ ਅਤੇ ਮੈਂ ਮਾਤਾ ਦਾ ਪਾਲਣ ਕਰਦਾ ਹਾਂ। ਸਵਰਗੀ ਪਿਤਾ ਨੇ ਸਾਡੇ ਲਈ ਇਹ ਹੱਥ ਨਾਲ ਲਿਖਿਆ ਨੋਟ ਛੱਡਿਆ ਹੈ। ਜੇ ਸਵਰਗੀ ਪਿਤਾ ਇਸ ਯੁੱਗ ਵਿੱਚ ਨਹੀਂ ਆਏ ਹੁੰਦੇ ਤਾਂ ਕੀ ਤੁਸੀਂ ਮਾਤਾ ਪਰਮੇਸ਼ਵਰ ਬਾਰੇ ਜਾਣ ਪਾਉਂਦੇ? ਸੈਂਕੜਿਆਂ ਵਾਰ ਬਾਈਬਲ ਪੜ੍ਹਨਾ ਇਸ ਸੱਚਾਈ ਨੂੰ ਸਮਝਣ ਦੀ ਗਾਰੰਟੀ ਨਹੀਂ ਦਿੰਦਾ। ਇਸ ਸੱਚਾਈ ਨੂੰ ਸਾਡੇ ਉੱਤੇ ਕੌਣ ਪ੍ਰਗਟ ਕਰ ਸਕਦਾ ਹੈ? ਭਵਿੱਖਬਾਣੀ ਦੇ ਦ੍ਰਿਸ਼ਟੀਕੋਣ ਤੋਂ ਉਹ ਆਦਮ ਸੀ ਜਿਸ ਨੇ ਹੱਵਾ ਬਾਰੇ ਗਵਾਹੀ ਦਿੱਤੀ ਸੀ। ਜੇ ਅਸੀਂ ਹਨੇਰੇ ਵਿੱਚ ਬਾਈਬਲ ਪੜ੍ਹਦੇ ਹਾਂ ਤਾਂ ਅੱਗੇ ਅਤੇ ਪਿੱਛੇ ਦੇ ਵਿਚਕਾਰ ਫਰਕ ਕਰਨਾ ਮੁਸ਼ਕਿਲ ਹੈ। ਅਸੀਂ ਇਹ ਨਹੀਂ ਜਾਣ ਸਕਦੇ ਕਿ ਜੇਕਰ ਇਹ ਇੱਕ ਭਵਿੱਖਬਾਣੀ ਹੈ, ਦ੍ਰਿਸ਼ਟਾਂਤ ਹੈ, ਪ੍ਰਕਾਸ਼ਨ ਹੈ ਜਾਂ ਤੱਥ ਹੈ। ਅਸੀਂ ਪਾਠ ਨੂੰ ਸਿਰਫ ਸਤਹੀ ਤੌਰ ਤੇ ਸਮਝ ਸਕਦੇ ਹਾਂ ਅਤੇ ਉਹਨਾਂ ਵਿੱਚ ਲੁਕੇ ਹੋਏ ਅਰਥਾਂ ਨੂੰ ਨਹੀਂ। ਪਰ ਕੌਣ ਆਏ? ਇਹ ਭਵਿੱਖਬਾਣੀ ਕੀਤੀ ਗਈ ਹੈ, ਦਾਊਦ ਦੀ ਜੜ ਆ ਕੇ ਇਸ ਕਿਤਾਬ ਨੂੰ ਖੋਲੇਗਾ। ਬਾਈਬਲ ਇਸ ਲਈ ਖੋਲੀ ਗਈ ਹੈ ਤਾਂ ਜੋ ਸਾਰੇ ਲੋਕ ਇਸ ਨੂੰ ਸਮਝ ਸਕਣ। ਇਸ ਲਈ ਕੀ ਤੁਸੀਂ ਯਰੂਸ਼ਲਮ ਮਾਤਾ, ਜੀਵਨ ਦੇ ਜਲ ਦਾ ਸਰੋਤ, ਮਾਤਾ ਅਤੇ ਸਵਰਗੀ ਪਰਿਵਾਰ ਅਤੇ ਸੰਸਲਿਕ ਪਰਿਵਾਰ ਦੀ ਸੱਚਾਈ ਨੂੰ ਨਹੀਂ ਸਮਝਦੇ? ਜੇਕਰ ਸਵਰਗੀ ਪਿਤਾ ਨਾ ਆਉਂਦੇ ਤਾਂ ਕੋਈ ਵੀ ਇਹ ਸਭ ਕੁਝ ਨਹੀਂ ਸਮਝ ਸਕਦਾ ਸੀ। ਸੱਚਮੁੱਚ ਪਿਤਾ ਜੀ ਸਾਨੂੰ ਆਸ਼ੀਸ਼ ਦੇਣ ਲਈ ਇਸ ਧਰਤੀ ਤੇ ਆਏ। ਅਸੀਂ ਸੱਚਮੁੱਚ ਧਨ ਲੋਕ ਹਾਂ। ਜਦੋਂ ਅਸੀਂ ਪਹਿਲੀ ਵਾਰ ਸਬਤ ਦਾ ਦਿਨ, ਸਾਹ ਅਤੇ ਨਵੇਂ ਨੇਮ ਬਾਰੇ ਸੁਣਿਆ ਤਾਂ ਅਸੀਂ ਹੈਰਾਨ ਰਹਿ ਗਏ, ਪਰ ਹੁਣ ਅਸੀਂ ਉਹਨਾਂ ਨੂੰ ਮਾਮੂਲੀ ਸਮਝ ਲਿਆ ਹੈ।
당연한 것처럼 말이죠. ਸਾਰੇ ਲੋਕੋ, ਸਾਨੂੰ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਇਹ ਇੱਕ ਚਮਤਕਾਰ ਹੈ। 기적입니다. ਇੱਥੋਂ ਤੱਕ ਕਿ ਸਵਰਗਦੂਤ ਵੀ ਇਸ ਸੱਚਾਈ ਨੂੰ ਦੇਖਣ ਦੀ ਲਾਲਸਾ ਕਰਦੇ ਹਨ, ਪਰ ਕੀ ਉਹਨਾਂ ਨੂੰ ਇਜਾਜ਼ਤ ਹੈ? ਇਸ ਤੱਥ ਬਾਰੇ ਸੋਚੋ ਕਿ ਇਹ ਆਸ਼ੀਸ਼ ਕੇਵਲ ਸਾਨੂੰ ਹੀ ਦਿੱਤੀ ਗਈ ਹੈ। ਜੇ ਇਹ ਆਤਮਾ ਅਤੇ ਲਾੜੀ ਨਹੀਂ ਹੁੰਦੇ ਤਾਂ ਅਸੀਂ ਜੀਵਨ ਦਾ ਜਲ ਪਾਉਣ ਲਈ ਕਿੱਥੇ ਜਾ ਸਕਦੇ ਹਾਂ? 어디에 가서 생명수를 얻을 것입니까? ਧਰਤੀ ਉੱਤੇ ਉਹ ਦੇਣ ਵਾਲਾ ਕੋਈ ਨਹੀਂ ਹੈ। ਫਿਰ ਵੀ ਪ੍ਰਕਾਸ਼ ਦੀ ਪੋਥੀ 22 ਵਿੱਚ ਕੌਣ ਪ੍ਰਗਟ ਹੋਏ? ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਪਿਤਾ ਅਤੇ ਮਾਤਾ ਇਸ ਧਰਤੀ ਤੇ ਆਏ ਹਨ। ਫਿਰ ਅਸੀਂ ਅੱਜ ਇਸ ਧਰਤੀ ਤੇ ਪਿਤਾ ਦੇ ਆਉਣ ਦਾ ਅਰਥ ਸਮਝ ਸਕਦੇ ਹਾਂ। ਪਰਮੇਸ਼ਵਰ ਇਸ ਧਰਤੀ ਉੱਤੇ ਹਨੇਰੇ ਦੀ ਦੁਨੀਆ ਨੂੰ ਸੱਚ ਦੇ ਚਾਨਣ ਦੀ ਦੁਨੀਆ ਵਿੱਚ ਬਦਲਣ ਲਈ ਆਏ ਹਨ। ਆਓ ਅਸੀਂ ਯੂਹੰਨਾ ਅਧਿਆਇ 6 ਵਚਨ 4 ਉੱਤੇ ਇੱਕ ਨਜ਼ਰ ਪਾਈਏ। ਯੂਹੰਨਾ ਅਧਿਆਇ 6 ਵਚਨ 4। ਯਹੂਦੀਆਂ ਦਾ ਪਸਾਹਨਾਮੇ ਤਿਉਹਾਰ ਨੇੜੇ ਸੀ। ਉਪਰੰਤ ਯਿਸੂ ਨੇ ਜਾਂ ਅੱਖੀਆਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ ਤਾਂ ਫਿਲਿਪੁਸ ਨੂੰ ਆਖਿਆ ਕਿ ਅਸੀਂ ਇਹਨਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਈਏ? ਪਰ ਉਸਨੇ ਉਹਦੇ ਪਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ। ਫਿਲਿਪੁਸ ਨੇ ਉਸਨੂੰ ਉੱਤਰ ਦਿੱਤਾ ਕਿ 100 ਰੁਪਏ ਦੀਆਂ ਰੋਟੀਆਂ ਨਾਲ ਪੀ ਉਹਨਾਂ ਦਾ ਪੂਰਾ ਨਹੀਂ ਪਟਣਾ ਜੋ ਹਰੇਕ ਨੂੰ ਥੋੜਾ ਜਿਹਾ ਪੀ ਮਿਲੇ। ਉਸਨੇ ਚੇਲਿਆਂ ਵਿੱਚੋਂ ਇੱਕ ਸ਼ਮਊਨ ਪਤਰਸ ਦੇ ਭਰਾ ਅੰਦਰੀਆਸ ਨੇ ਉਸਨੂੰ ਕਿਹਾ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜਵਾਂ ਦੀਆਂ 5 ਰੋਟੀਆਂ ਅਤੇ 2 ਛੋਟੀਆਂ ਜਹੀਆਂ ਮੱਛੀਆਂ ਹਨ, ਪਰ ਇੰਨਿਆਂ ਲੋਕਾਂ ਲਈ ਇਹ ਕੀ ਹਨ? ਤਾਂ ਯਿਸੂ ਨੇ ਆਖਿਆ, ਲੋਕਾਂ ਨੂੰ ਬਿਠਾਲ ਦਿਓ। ਉਸ ਥਾਂ ਬਹੁਤ ਘਾਸੀ ਸੋ ਮਰਦ ਜੋ ਗਿਣਤੀ ਵਿੱਚ 5,000 ਸਨ ਬੈਠ ਗਏ। ਇੱਕ ਛੋਟਾ ਮੁੰਡਾ ਸੀ ਜਿਸ ਕੋਲ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਸੀ, ਜਦ ਕਿ ਉੱਥੇ 5,000 ਭੁੱਖੇ ਲੋਕ ਸੀ। ਜੇ ਪਰਮੇਸ਼ਵਰ ਇਸ ਧਰਤੀ ਉੱਤੇ ਨਾ ਆਏ ਹੁੰਦੇ ਤਾਂ ਫਿਲਿਪੁਸ, ਅੰਦਰੀਆਸ ਜਾਂ ਪਤਰਸ ਨੇ ਕੀ ਕੀਤਾ ਹੁੰਦਾ? ਕੀ ਉਹਨਾਂ ਵਿੱਚ 5,000 ਲੋਕਾਂ ਨੂੰ ਪੇਟ ਭਰ ਖਾਣਾ ਖਿਲਾਉਣ ਦੀ ਸਮਰੱਥਾ ਸੀ? ਜੇ ਉਹ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਵੰਡਦੇ ਤਾਂ ਕੀ ਕਾਫੀ ਹੁੰਦਾ? ਮੈਂ ਅਕਸਰ ਇਸ ਦ੍ਰਿਸ਼ ਤੇ ਵਿਚਾਰ ਕਰਦਾ ਹਾਂ ਅਤੇ ਸੋਚਦਾ ਹਾਂ, ਅਸੀਂ 8 ਅਰਬ ਲੋਕਾਂ ਨੂੰ ਪ੍ਰਚਾਰ ਕਰਨ ਦੇ ਮਿਸ਼ਨ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ? ਕਿਉਂਕਿ ਸਾਨੂੰ ਇਹ ਬ੍ਰਹਮ ਮਿਸ਼ਨ ਸੌਂਪਿਆ ਗਿਆ ਹੈ, ਤਾਂ ਭਾਵੇਂ ਅਸੀਂ ਪਾਪੀ ਹਾਂ, ਸਾਨੂੰ ਇਸ ਨੂੰ ਬਿਨਾਂ ਕਿਸੇ ਅਸਫਲਤਾ ਦੇ ਪੂਰਾ ਕਰਨਾ ਚਾਹੀਦਾ ਹੈ। ਫਿਰ ਸਾਰੇ 8 ਅਰਬ ਲੋਕਾਂ ਨੂੰ ਪ੍ਰਚਾਰ ਕਰਨ ਲਈ ਸਾਨੂੰ ਕਿੰਨਾ ਕੁ ਪ੍ਰਚਾਰ ਕਰਨਾ ਚਾਹੀਦਾ ਹੈ? ਅਤੇ ਫਿਰ ਵੀ ਅਸੀਂ ਆਪਣੀ ਤਾਕਤ ਨਾਲ ਕੀ ਕਰ ਸਕਦੇ ਹਾਂ? ਜੌਂ ਦੀਆਂ ਸਿਰਫ 5 ਰੋਟੀਆਂ ਅਤੇ 2 ਮੱਛੀਆਂ ਵੰਡਣ ਦੀ ਸਾਡੀ ਸਮਰੱਥਾ ਬਹੁਤ ਸੀਮਤ ਹੈ। ਹਾਲਾਂਕਿ ਜਦੋਂ ਯਿਸੂ ਨੇ ਕਿਹਾ, ਉਹਨਾਂ ਨੂੰ ਮੇਰੇ ਕੋਲ ਲਿਆਓ, ਅਤੇ ਜਦੋਂ ਉਹਨਾਂ ਨੇ ਅਜਿਹਾ ਕੀਤਾ ਤਾਂ ਕੀ ਹੋਇਆ? 5,000 ਲੋਕ ਜਿੰਨਾ ਚਾਹਿਆ ਉਹਨਾਂ ਖਾ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਬਚੇ ਹੋਏ ਟੁਕੜਿਆਂ ਨਾਲ 12 ਟੋਕਰੀਆਂ ਭਰੀਆਂ। ਇਹ ਸਿਰਫ ਇੱਕ ਛੋਟੀ ਜਿਹੀ ਭੇਂਟ ਸੀ, ਪਰ ਇਸ ਨੇ ਬਹੁਤ ਵੱਡਾ ਪ੍ਰਭਾਵ ਪੈਦਾ ਕੀਤਾ। ਕਿਸ ਨੇ ਅਸੰਭਵ ਨੂੰ ਸੰਭਵ ਬਣਾਇਆ? ਪਰਮੇਸ਼ਵਰ ਨੇ। ਅਜਿਹੇ ਹਾਲਤ ਵਿੱਚ ਜੇਕਰ ਉਹ ਨਾ ਆਉਂਦੇ ਤਾਂ 5,000 ਲੋਕ ਦਿਨ ਭਰ ਭੁੱਖੇ ਰਹਿ ਜਾਂਦੇ। ਜੌਂ ਦੀਆਂ ਰੋਟੀਆਂ ਅਤੇ 2 ਮੱਛੀਆਂ ਹੋਣ ਨਾਲ ਛੋਟੀ ਭੇਟ ਵਿੱਚ ਕੁੱਲ 7 ਚੀਜ਼ਾਂ ਸੀ। ਸ਼ਾਇਦ 7 ਜਣਿਆਂ ਨੇ ਕੁਝ ਖਾ ਲਿਆ ਹੁੰਦਾ, ਪਰ ਬਾਕੀ ਲੋਕ ਆਪਣੀ ਭੁੱਖ ਕਾਰਨ ਉੱਥੋਂ ਚਲੇ ਗਏ ਹੁੰਦੇ।
ਮੰਨ ਲੈਂਦੇ ਹਾਂ ਕਿ ਸਾਨੂੰ ਵਚਨ ਸਿਖਾਉਣ ਦੀ ਆਪਣੀ ਯੋਗਤਾ ਅਤੇ ਸਾਡੇ ਕੋਲ ਮੌਜੂਦ ਆਤਮਿਕ ਭੋਜਨ ਨਾਲ ਪ੍ਰਚਾਰ ਕਰਨਾ ਹੈ। 온 세상 80억 인류 인생들에게 ਜੇਕਰ ਅਸੀਂ ਉਹਨਾਂ ਨੂੰ 8 ਅਰਬਾਂ ਵਿੱਚ ਵੰਡਦੇ ਹਾਂ ਤਾਂ ਅਸੀਂ ਕਿੰਨਾ ਕੁ ਦੇ ਸਕਦੇ ਹਾਂ? ਫਿਰ ਵੀ ਪਰਮੇਸ਼ਵਰ ਕਹਿੰਦੇ ਹਨ, ਮੈਂ ਤੁਹਾਡੀ ਮਦਦ ਕਰਾਂਗਾ। ਕਿਰਪਾ ਕਰਕੇ ਉਹਨਾਂ ਦੇ ਵਚਨ, ਮੈਂ ਤੁਹਾਡੀ ਮਦਦ ਕਰਾਂਗਾ, ਬਾਰੇ ਧਿਆਨ ਨਾਲ ਸੋਚੋ। ਜੇ ਇਹ ਅਜਿਹਾ ਕੁਝ ਹੁੰਦਾ ਜਿਸ ਨੂੰ ਅਸੀਂ ਆਪਣੇ ਆਪ ਸੰਭਾਲ ਸਕਦੇ ਹਾਂ ਤਾਂ ਕੀ ਸਾਨੂੰ ਮਦਦ ਦੀ ਲੋੜ ਹੋਵੇਗੀ? ਨਹੀਂ ਹੋਵੇਗੀ। ਹਾਲਾਂਕਿ ਇਹ ਕੁਝ ਅਜਿਹਾ ਹੈ ਜਿਸ ਨੂੰ ਅਸੀਂ ਆਪ ਪੂਰਾ ਨਹੀਂ ਕਰ ਸਕਦੇ। ਇਸ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਿਤਾ ਜੀ, ਕਿਰਪਾ ਕਰਕੇ ਮੇਰੀ ਮਦਦ ਕਰੋ। ਫਿਰ ਚਮਤਕਾਰ ਵਾਪਰਨਗੇ, ਜਿਵੇਂ ਕਿ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ 5000 ਲੋਕਾਂ ਨੂੰ ਖਵਾਉਣ ਅਤੇ ਫਿਰ ਬਚੀਆਂ ਹੋਈਆਂ ਨਾਲ 12 ਟੋਕਰੀਆਂ ਵੀ ਭਰਨਾ। ਪਿਤਾ ਅਤੇ ਮਾਤਾ ਜੀ ਦਾ ਇਸ ਧਰਤੀ ਤੇ ਆਉਣ ਦਾ ਕਾਰਨ ਸਾਡੀ ਮਦਦ ਕਰਨ ਲਈ ਸੀ, ਜਿਨ੍ਹਾਂ ਵਿੱਚ ਕਮੀ ਸੀ, ਹੈ ਨਾ? ਕੀ ਕੋਈ ਮਨੁੱਖ ਉਸ ਕੰਮ ਨੂੰ ਕਰਨ ਵਿੱਚ ਯੋਗ ਹੈ ਜੋ ਪਰਮੇਸ਼ਵਰ ਨੇ ਕੀਤਾ ਹੈ? ਅਜਿਹਾ ਕੰਮ ਕੇਵਲ ਪਰਮੇਸ਼ਵਰ ਹੀ ਕਰ ਸਕਦੇ ਹਨ। ਉਹ ਸਰਬ ਸ਼ਕਤੀਮਾਨ ਪਰਮੇਸ਼ਵਰ ਇਸ ਧਰਤੀ ਉੱਤੇ ਆਏ ਅਤੇ ਇਸ ਚਰਚ ਦੀ ਸਥਾਪਨਾ ਕੀਤੀ। ਉਹਨਾਂ ਨੇ ਸਾਨੂੰ ਨਵੇਂ ਨੇਮ ਅਤੇ ਸਵਰਗੀ ਮਾਤਾ ਬਾਰੇ ਸਿਖਾਇਆ। ਸਵਰਗੀ ਮਾਤਾ ਦੁਆਰਾ ਅਸੀਂ ਮੁਕਤੀ ਦਾ ਕੰਮ ਪੂਰਾ ਕਰ ਸਕਦੇ ਹਾਂ ਅਤੇ ਸਵਰਗ ਵਿੱਚ ਵਾਪਸ ਆ ਸਕਦੇ ਹਾਂ। ਉਹ ਕੌਣ ਹੈ ਜਿਨ੍ਹਾਂ ਨੇ ਇਹ ਸੱਚਾਈ ਦਾ ਰਾਹ ਖੋਲ੍ਹਿਆ? ਕੀ ਉਹ ਪਰਮੇਸ਼ਵਰ ਆਨ ਸਾਂਗ ਹੋਂਗ ਜੀ ਨਹੀਂ ਹਨ? ਇਸ ਲਈ ਸਾਨੂੰ ਸਾਰੇ ਲੋਕਾਂ ਨੂੰ ਖੁਸ਼ਖਬਰੀ ਮਸੀਹ ਆਨ ਸਾਂਗ ਹੋਂਗ ਜੀ ਦਾ ਇਸ ਧਰਤੀ ਤੇ ਆਉਣ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਯਸਾਯਾਹ ਅਧਿਆਇ 40 ਵਿੱਚ ਨਬੀ ਯਸਾਯਾਹ ਨੇ ਸਾਨੂੰ ਚਾਨਣਾ ਪਾਇਆ ਕਿ ਸਾਨੂੰ ਸਾਰੇ ਲੋਕਾਂ ਨੂੰ ਗਵਾਹੀ ਦੇਣੀ ਚਾਹੀਦੀ ਹੈ ਕਿ ਪਰਮੇਸ਼ਵਰ ਇਸ ਧਰਤੀ ਉੱਤੇ ਸਾਡੇ ਨਾਲ ਹਨ। ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੋਂ ਬਿਨਾਂ ਯੂਹੰਨਾ ਅਧਿਆਇ 6 ਵਰਗੀਆਂ ਘਟਨਾਵਾਂ ਕਦੇ ਨਹੀਂ ਹੋ ਸਕਦੀਆਂ। ਇਸ ਲਈ ਆਓ ਅਸੀਂ ਸਭ ਕੁਝ ਪਰਮੇਸ਼ਵਰ ਦੁਆਰਾ ਕਰੀਏ। ਭਾਵੇਂ ਇਹ ਆਸ਼ੀਸ਼ ਹੋਵੇ ਜਾਂ ਪ੍ਰਚਾਰ ਦੀ ਸ਼ਕਤੀ, ਇਹ ਸਭ ਪਰਮੇਸ਼ਵਰ ਵੱਲੋਂ ਆਉਂਦਾ ਹੈ। ਸਾਨੂੰ ਕਦੇ ਵੀ ਪਰਮੇਸ਼ਵਰ ਦੀ ਇੱਛਾ ਨੂੰ ਅੱਧ ਵਿੱਚ ਨਹੀਂ ਬਦਲਣਾ ਚਾਹੀਦਾ। ਜਦੋਂ ਅਸੀਂ ਪਰਮੇਸ਼ਵਰ ਦੇ ਆਸ਼ੀਸ਼ਾਂ ਦੇ ਵਚਨਾਂ ਨੂੰ ਉਸੇ ਤਰ੍ਹਾਂ ਪ੍ਰਦਾਨ ਕਰਦੇ ਹਾਂ ਜਿਵੇਂ ਉਹ ਹਨ, ਤਾਂ ਪਰਮੇਸ਼ਵਰ ਜੋ ਸਾਨੂੰ ਇਸ ਖੁਸ਼ਖਬਰੀ ਨੂੰ ਇੱਕ ਪਲ ਵਿੱਚ ਪੂਰਾ ਕਰਨ ਦੇ ਯੋਗ ਬਣਾਉਂਦੇ ਹਨ, ਸਾਡੇ ਨਾਲ ਹੁੰਦੇ ਹਨ। ਆਖਰੀ ਦਿਨਾਂ ਵਿੱਚ ਮੀਕਾਹ ਦੀ ਭਵਿੱਖਬਾਣੀ ਦੇ ਅਨੁਸਾਰ ਪਰਮੇਸ਼ਵਰ ਇਸ ਧਰਤੀ ਉੱਤੇ ਆਏ ਅਤੇ ਸੀਯੋਨ ਵਿੱਚ ਨਵੇਂ ਨੇਮ ਨੂੰ ਬਹਾਲ ਕੀਤਾ। ਕੀ ਉਹ ਮਸੀਹ ਆਨ ਸਾਂਗ ਹੋਂਗ ਜੀ ਨਹੀਂ ਹਨ ਜਿਨ੍ਹਾਂ ਨੇ ਦਾਊਦ ਦੇ 40 ਸਾਲਾਂ ਦੇ ਰਾਜ ਨੂੰ ਪੂਰਾ ਕੀਤਾ? ਆਪਣੀ ਪਹਿਲੀ ਵਾਰ ਆਉਣ ਤੇ 3 ਸਾਲ ਅਤੇ ਆਪਣੇ ਦੂਸਰੀ ਵਾਰ ਆਉਣਾ ਤੇ 37 ਸਾਲ। ਭਵਿੱਖਬਾਣੀ ਅਨੁਸਾਰ ਮਸੀਹ ਆਨ ਸਾਂਗ ਹੋਂਗ ਜੀ ਇਸ ਧਰਤੀ ਤੇ ਯਿਸੂ ਦੇ ਨਵੇਂ ਨਾਮ ਨਾਲ ਆਏ ਹਨ। ਜੇਕਰ ਤੁਸੀਂ ਪਿਤਾ ਤੋਂ ਸਿੱਖਿਆ ਪ੍ਰਾਪਤ ਨਾ ਕੀਤੀ ਹੁੰਦੀ ਤਾਂ ਕੀ ਤੁਸੀਂ ਮਾਤਾ ਨੂੰ ਪਹਿਚਾਨਣ ਵਿੱਚ ਯੋਗ ਹੋ ਪਾਉਂਦੇ? ਇਸ ਧਰਤੀ ਦੇ ਸਿਧਾਂਤਾਂ ਬਾਰੇ ਸੋਚੋ। ਸਰੀਰਕ ਜੀਵਨ ਭੌਤਿਕ ਮਾਤਾ ਦੁਆਰਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਆਤਮਿਕ ਮਾਤਾ ਤੋਂ ਬਿਨਾਂ ਕਿਸ ਕੋਲ ਆਤਮਿਕ ਜੀਵਨ ਹੋ ਸਕਦਾ ਹੈ? ਪਰਮੇਸ਼ਵਰ ਨੇ ਸੰਸਾਰਿਕ ਚੀਜ਼ਾਂ ਨੂੰ ਸਵਰਗੀ ਚੀਜ਼ਾਂ ਦੀ ਨਕਲ ਵਿੱਚ ਬਣਾਇਆ। ਸਾਰੇ ਲੋਕੋ, ਬਾਈਬਲ ਵਿੱਚ ਕਿਹਨਾਂ ਦੇ ਵਚਨ ਦਰਜ ਹਨ? ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਇੱਕ ਵਾਰ ਜਦੋਂ ਇੱਕ ਰਾਜੇ ਦਾ ਵਚਨ ਦਰਜ ਹੋ ਜਾਂਦਾ ਹੈ ਤਾਂ ਇਹ ਇੱਕ ਫਰਮਾਨ ਬਣ ਜਾਂਦਾ ਹੈ। ਅੱਜ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਲੱਭਿਆ ਜਿਹੜੇ ਲੋਕ ਰਾਜੇ ਦੇ ਹੁਕਮ ਦੀ ਉਲੰਘਣਾ ਕਰਦੇ ਹਨ, ਉਹ ਕਿਸ ਸਜ਼ਾ ਦੀ ਉਡੀਕ ਕਰਦੇ ਹਨ। ਪਹਿਲੀ ਸਜ਼ਾ ਮੌਤ ਦੀ ਸਜ਼ਾ ਹੈ। ਦੂਜਾ ਹੈ ਜਾਇਦਾਦ ਜ਼ਬਤ ਕਰਨਾ। ਤੀਜਾ ਕੋੜੇ ਮਾਰਨਾ ਅਤੇ ਦੇਸ਼ ਨਿਕਾਲਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਉਸ ਦੇਸ਼ ਵਿੱਚ ਨਾ ਤਾਂ ਉਹ ਵਿਅਕਤੀ ਅਤੇ ਨਾ ਹੀ ਉਹਨਾਂ ਦਾ ਪਰਿਵਾਰ ਸਹੀ ਜੀਵਨ ਜੀ ਸਕਦਾ ਸੀ। ਇਹ ਹੁਕਮ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਫਿਰ ਸਾਨੂੰ ਪਰਮੇਸ਼ਵਰ ਦੇ ਹੁਕਮ ਨਾਲ ਕੀ ਕਰਨਾ ਚਾਹੀਦਾ ਹੈ?
ਬਾਈਬਲ ਦੀਆਂ ਆਇਤਾਂ ਹਨ ਜੋ ਅਸੀਂ ਹਰ ਰੋਜ਼ ਪੜ੍ਹਦੇ ਹਾਂ। ਮੱਤੀ ਅਧਿਆਇ 28, ਗਲਾਤੀਆਂ ਅਧਿਆਇ 4 ਵਚਨ 26, ਉਤਪਤ ਅਧਿਆਇ 1 ਵਚਨ 26 ਤੋਂ 27 ਅਤੇ ਅਫਸੀਆਂ ਅਧਿਆਇ 1 ਵਚਨ 7। ਸਾਨੂੰ ਇਹਨਾਂ ਨੂੰ ਸਿਰਫ ਵਾਕਾਂ ਦੇ ਰੂਪ ਵਿੱਚ ਨਹੀਂ ਸਮਝਣਾ ਚਾਹੀਦਾ, ਪਰ ਇਹ ਸੋਚਣਾ ਚਾਹੀਦਾ ਹੈ, ਜੇ ਅਸੀਂ ਇਹਨਾਂ ਹੁਕਮਾਂ ਦਾ ਪਾਲਨ ਨਹੀਂ ਕਰਦੇ ਤਾਂ ਕੀ ਹੋਵੇਗਾ। ਸਰਬਸ਼ਕਤੀਮਾਨ ਮਸੀਹ ਆਨ ਸਾਂਗ ਹੋਂਗ, ਅੱਜ ਅਸੀਂ ਤੁਹਾਡੇ ਆਉਣ ਲਈ ਸ਼ੁਕਰਗੁਜ਼ਾਰ ਹਾਂ। ਸਾਲ 2024 ਵਿੱਚ ਮੈਂ ਸੱਚਮੁੱਚ ਸਵਰਗੀ ਪਿਤਾ ਨੂੰ ਇਸ ਧਰਤੀ ਉੱਤੇ ਆਉਣ ਲਈ ਧੰਨਵਾਦ ਕਰਦਾ ਹਾਂ। ਇੱਕ ਵਾਰ ਫਿਰ ਮੈਂ ਪਿਤਾ ਪ੍ਰਤੀ ਆਪਣਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਇਹ ਆਸ ਕਰਦੇ ਹੋਏ ਕਿ ਸਾਡੇ ਸਵਰਗੀ ਪਰਿਵਾਰ ਦੇ ਮੈਂਬਰ ਸਾਰੇ ਸਾਮਰੀਆ ਤੇ ਧਰਤੀ ਦੇ ਬੰਨੇ ਤੱਕ ਪਿਤਾ ਅਤੇ ਮਾਤਾ ਦੀ ਵਡਿਆਈ ਫੈਲਾਉਣਗੇ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।